ਜੋ ਹੁਣ ਇਸ ਟਾਈਮ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ, ਉਸ 'ਚ ਬੇਸਿਕਲੀ ਆਪਾਂ ਕਰਾਂਗੇ ਵੀ ਡਾਟਾ ਐਨਾਲਿਸਿਸ ਕੀ ਚੀਜ਼ ਹੁੰਦੀ ਹੈ, ਉਸ ਦੀਆਂ ਕੀ ਰਿਕੁਆਇਰਮੈਂਟਸ ਹੁੰਦੀਆਂ, ਸੌਫਟਵੇਅਰ ਕਿਹੜੇ-ਕਿਹੜੇ ਹੁੰਦੇ ਹੈ, ਇਹ ਆਪਾਂ ਸਾਰਾ ਇਸ ਦੇ ਵਿੱਚ ਸਟੱਡੀ ਕਰਾਂਗੇ ਆਪਣੇ ਤੀਸਰੇ ਮੋਡਿਊਲ ਦੇ ਵਿੱਚ। ਸੋ ਸਟਾਰਟ ਆਪਾਂ ਕਰਦੇ ਹਾਂ ਸਭ ਤੋਂ ਪਹਿਲਾਂ ਡਾਟਾ ਐਨਾਲਿਸਿਸ। ਡਾਟਾ ਐਨਾਲਿਸਿਸ ਕੀ ਚੀਜ਼ ਹੁੰਦੀ ਹੈ? Data analysis is a procedure of inspecting, cleansing, transforming, and modeling data with the goal of discovering useful information, informing conclusions, and supporting decision making. ਅਸੀਂ ਡਾਟਾ ਐਨਾਲਿਸਿਸ ਕੀ ਹੈ? ਡਾਟਾ ਐਨਾਲਿਸਿਸ ਇੱਕ ਤਰੀਕੇ ਦਾ ਪ੍ਰੋਸੀਜਰ ਹੈ ਜਿਸ ਦੇ ਵਿੱਚ ਜਿਹੜਾ ਸਾਡੇ ਕੋਲ ਇੱਕ ਰॉ ਮਟੀਰੀਅਲ ਡਾਟਾ ਆਉਂਦਾ ਹੈ, ਰॉ ਡਾਟਾ ਜੋ ਆਉਂਦਾ ਹੈ, ਅਸੀਂ ਉਸ ਡਾਟਾ ਨੂੰ ਇੰਸਪੈਕਟ ਕਰਦੇ ਹਾਂ, ਚੈੱਕ ਕਰਦੇ ਹਾਂ, ਸਾਫ਼ ਕਰਦੇ ਹਾਂ, ਉਹਨੂੰ ਫਿਰ ਟ੍ਰਾਂਸਫਰ ਕਰਦੇ ਹਾਂ ਜਾਂ ਉਹਨੂੰ ਮੋਲਡ ਕਰਦੇ ਹਾਂ ਤਾਂ ਜੋ ਉਸ ਤੋਂ ਆਪਾਂ ਆਪਣੀ ਇੱਕ ਬੈਸਟ ਇਨਫੋਰਮੇਸ਼ਨ ਜਾਂ ਕਰੈਕਟ ਇਨਫੋਰਮੇਸ਼ਨ ਨੂੰ ਆਪਾਂ ਕਲੈਕਟ ਕਰ ਸਕੀਏ ਜਾਂ ਆਪਾਂ ਉਸ ਨੂੰ ਕੱਢ ਸਕੀਏ ਜਿਹੜੀ ਆਪਣੀ ਡਿਸੀਜਨ ਮੇਕਿੰਗ 'ਚ ਆਪਣੀ ਹੈਲਪ ਕਰੇਗੀ। ਆਪਾਂ ਪਿਛਲੇ ਮੋਡਿਊਲਸ 'ਚ ਕਰਕੇ ਆਏ ਸੀਗੇ ਸਭ ਤੋਂ ਪਹਿਲੇ ਮੋਡਿਊਲ 'ਚ ਅਸੀਂ ਕੀਤਾ ਡਾਟਾ ਕੀ ਹੁੰਦਾ ਹੈ, ਫਿਰ ਅਸੀਂ ਗੱਲ ਕੀਤੀ ਡਾਟਾ ਕਲੈਕਸ਼ਨ ਦੀ ਗੱਲ ਕੀਤੀ। ਕਲੀਅਰ? ਜਿਹੜਾ ਹੁਣ ਇਸ ਡਾਟਾ ਐਨਾਲਿਸਿਸ 'ਚ ਅਸੀਂ ਕੀ ਕਰਨਾ, ਜਿਹੜਾ ਅਸੀਂ ਡਾਟਾ ਕਲੈਕਟ ਕੀਤਾ ਹੋਇਆ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ, ਪ੍ਰੋਪਰ ਇੰਸਪੈਕਟ ਕਰਕੇ, ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਹੈ ਉਸਨੂੰ ਆਪਾਂ ਉਸ ਚੋਂ ਕੱਢ ਲਾਂਗੇ, ਜਿਹੜੀ ਚੀਜ਼ ਨਹੀਂ ਚਾਹੀਦੀ ਉਹਨੂੰ ਆਪਾਂ ਸਾਈਡ ਤੇ ਕਰ ਦਾਂਗੇ ਤਾਂ ਜੋ ਜਿਹੜੀ ਐਗਜ਼ੈਕਟ ਇਨਫੋਰਮੇਸ਼ਨ ਆਪਣੇ ਕੋਲ ਆ ਰਹੀ ਹੈ ਉਹਨੂੰ ਆਪਾਂ ਡਿਸੀਜਨ ਮੇਕਿੰਗ ਦੇ ਲਈ ਯੂਜ਼ ਕਰ ਸਕੀਏ। So second ਚੀਜ਼ ਹੈ data analysis has multiple features and the approaches encompassing diverse techniques under a variety of names and is used in different business, science and the social sciences domains। ਹੁਣ ਜਿਹੜਾ ਡਾਟਾ ਐਨਾਲਿਸਿਸ ਹੈ ਇਹਦੇ ਬਹੁਤ ਫੀਚਰਸ ਹੈ ਔਰ ਬਹੁਤ ਅਪਰੋਚਿਸ ਹੈ, ਬਹੁਤ ਫੀਚਰਸ ਹੈ, ਬਹੁਤ ਅਪਰੋਚਿਸ ਹੈ, ਡਿਵਰਸ ਇੱਕ ਬਹੁਤ ਡਿਵਰਸ ਫੀਲਡ ਹੈ ਜਿਹੜਾ ਕਿਸੇ ਵੀ ਜਗ੍ਹਾ ਦੇ ਉੱਪਰ ਜਾ ਕੇ ਯੂਜ਼ ਹੋ ਸਕਦਾ ਹੈ, ਕਿਸੇ ਵੀ ਜਗ੍ਹਾ ਤੇ ਯੂਜ਼ ਹੁੰਦਾ ਹੈ ਔਰ ਹਰ ਇੱਕ ਜਗ੍ਹਾ ਤੇ ਹੋ ਸਕਦਾ ਨਾਮ ਅਲੱਗ ਹੋਵੇ, ਠੀਕ ਹੈ, ਚਾਹੇ ਉਹ ਅਲੱਗ-ਅਲੱਗ ਬਿਜ਼ਨਸਿਸ ਹੈ, ਕਿਸ ਤਰ੍ਹਾਂ ਦੇ ਬਿਜ਼ਨਸ ਹੈ, ਚਾਹੇ ਕੋਈ ਸਾਇੰਸਿਸ ਦੇ ਸਬਜੈਕਟ ਹੈ ਜਾਂ ਕੁਝ ਵੀ ਹੈ, ਹਰੇਕ ਜਗ੍ਹਾ ਦੇ ਉੱਪਰ ਉਸਨੂੰ ਅਸੀਂ ਅਲੱਗ ਨੇਮ ਨਾਲ ਯੂਜ਼ ਕਰਦੇ ਹੀ ਕਰਦੇ ਹਾਂ ਬਿਕੋਜ਼ ਹਰੇਕ ਜਗ੍ਹਾ ਤੇ ਆਪਾਂ ਨੂੰ ਡਾਟਾ ਐਨਾਲਿਸਿਸ ਚਾਹੀਦਾ ਹੀ ਹੁੰਦਾ ਹੈ। ਜੇ ਆਪਾਂ ਅੱਜ ਕੱਲ੍ਹ ਦੇ ਬਿਜ਼ਨਸ ਵਰਲਡ ਦੀ ਗੱਲ ਕਰੀਏ, ਹੁਣ ਜਿਵੇਂ ਅੱਜ ਕੱਲ੍ਹ ਦਾ ਬਿਜ਼ਨਸ ਇੰਨਾ ਕੰਪੀਟੀਸ਼ਨ ਹੈ ਮਾਰਕੀਟ ਦੇ ਵਿੱਚ, ਆਪਾਂ ਬਹੁਤ ਸਾਰਾ ਡਾਟਾ ਕਲੈਕਟ ਕਰਦੇ ਹਾਂ ਕਸਟਮਰ ਦੀ ਨੀਡ ਦੇ ਰਿਗਾਰਡਿੰਗ ਔਰ ਹੁਣ ਜਿਹੜੀ ਕੰਪਨੀ ਉਸ ਕਸਟਮਰ ਦੀ ਨੀਡ ਨੂੰ ਲੱਭ ਕੇ ਕਲੈਕਟ ਕਰਕੇ ਠੀਕ ਤਰੀਕੇ ਨਾਲ ਐਨਾਲਿਸਿਸ ਕਰ ਜਾਏਗੀ ਔਰ ਉਸਦੇ ਬੇਸਿਸ ਦੇ ਉੱਪਰ ਠੀਕ ਡਿਸੀਜਨ ਲੈ ਜਾਏਗੀ ਵੀ ਕਿਹੜਾ ਪ੍ਰੋਡਕਟ ਕਸਟਮਰ ਦੀ ਰਿਕੁਆਇਰਮੈਂਟ ਹੈ, ਓਬਵੀਅਸ ਗੱਲ ਹੈ ਉਹ ਕੰਪਨੀ ਮਾਰਕੀਟ ਦੇ ਵਿੱਚ ਅੱਗੇ ਚਲੀ ਜਾਏਗੀ, ਦੂਸਰੀ ਕੰਪਨੀ ਜਿਹੜੀਆਂ ਉਹ ਮਾਰਕੀਟ ਦੇ ਵਿੱਚ ਪਿੱਛੇ ਰਹਿ ਜਾਣਗੀਆਂ। ਸੋ ਅੱਜ ਕੱਲ੍ਹ ਦੇ ਕੰਪੀਟੀਟਿਵ ਵਰਲਡ ਦੇ ਲਈ ਡਾਟਾ ਐਨਾਲਿਸਿਸ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਤਾਂ ਜੋ ਅਸੀਂ ਆਪਣੇ ਬਿਜ਼ਨਸ ਦੇ ਰਿਗਾਰਡਿੰਗ, ਆਪਣੇ ਪ੍ਰੋਡਕਟ ਦੇ ਰਿਗਾਰਡਿੰਗ, ਆਪਣੀਆਂ ਮਾਰਕੀਟਿੰਗ ਦੇ ਰਿਗਾਰਡਿੰਗ, ਆਪਣੀਆਂ ਮਾਰਕੀਟਿੰਗ ਸਟ੍ਰੈਟਜੀਜ਼ ਦੇ ਰਿਗਾਰਡਿੰਗ, ਆਪਣੀਆਂ ਟਾਰਗੇਟ ਮਾਰਕੀਟ ਦੇ ਰਿਗਾਰਡਿੰਗ ਕੋਈ ਵੀ ਡਿਸੀਜਨ ਲੈ ਸਕੀਏ। ਹੁਣ ਜਦੋਂ ਆਪਾਂ ਡਾਟਾ ਐਨਾਲਿਸਿਸ ਦਾ ਕੰਮ ਸ਼ੁਰੂ ਕਰਨਾ ਹੈ ਤਾਂ ਆਪਾਂ ਨੂੰ ਕੁਛ ਨਾ ਕੁਛ ਥੋੜੇ ਬਹੁਤੇ ਪੁਆਇੰਟ ਜਿਹੜੇ ਉਹ ਆਪਣੇ ਦਿਮਾਗ 'ਚ ਰੱਖਣੇ ਪੈਣਗੇ ਬਿਕੋਜ਼ ਦਿਸ ਇਜ਼ ਵਨ ਆਫ ਦਾ ਇੰਪੋਰਟੈਂਟ ਪਾਰਟ, ਕਿਉਂਕਿ ਇਹ ਇੱਕ ਇੰਪੋਰਟੈਂਟ ਫੈਕਟਰ ਹੈ ਡਾਟਾ ਕਲੈਕਸ਼ਨ ਤੋਂ ਬਾਅਦ ਡਾਟਾ ਐਨਾਲਿਸਿਸ ਦਾ। ਉਸ 'ਚ ਕੀ ਹੁੰਦਾ ਹੈ, ਸਭ ਤੋਂ ਪਹਿਲੀ ਚੀਜ਼ ਜਿਹੜੀ ਆਪਾਂ ਨੂੰ ਆਪਣੇ ਦਿਮਾਗ 'ਚ ਰੱਖਣੀ ਪਏਗੀ, ਕਨਫਰਮ ਹੈਂਡੀਨੈਸ ਆਫ ਦਾ ਅਸੈਂਸ਼ੀਅਲ ਐਨਾਲਿਟੀਕਲ ਸਕਿੱਲਸ। ਜਿਹੜੀਆਂ ਐਨਾਲਿਟੀਕਲ ਸਕਿੱਲਸ ਹੈ ਉਹਨਾਂ ਨੂੰ ਆਪਾਂ ਨੂੰ ਅਸੈਂਸ਼ੀਅਲ ਜਿਹੜੀਆਂ ਚਾਹੀਦੀਆਂ ਉਹਨਾਂ ਨੂੰ ਕਨਫਰਮ ਹੈਂਡੀਨੈਸ ਕਰਕੇ ਹੈਂਡੀ ਰੱਖਣੀਆਂ ਪੈਣਗੀਆਂ, ਆਪਣੇ ਕੋਲ ਤਿਆਰ ਰੱਖਣੀਆਂ ਪੈਣਗੀਆਂ ਤਾਂ ਜੋ ਜਿਸ ਤਰ੍ਹਾਂ ਦਾ ਵੀ ਡਾਟਾ ਆਏ ਆਪਾਂ ਨਾਲ ਦੀ ਨਾਲ ਉਸ ਦੇ ਉੱਪਰ ਐਨਾਲਿਟੀਕਲ ਸਕਿੱਲਸ ਲਗਾ ਦਈਏ। ਇਹ ਨਾ ਵੀ ਆਪਾਂ ਡਾਟਾ ਕਲੈਕਟ ਕਰਕੇ ਆ ਗਏ, ਠੀਕ ਹੈ, ਆਪਾਂ ਨੂੰ ਪਤਾ ਹੀ ਨਹੀਂ ਵੀ ਉਸ 'ਚ ਟੂਲਸ ਲਗਾਉਣੇ ਕਿਹੜੇ ਹੈ। ਇਹ ਚੀਜ਼ ਨਹੀਂ ਹੋਣੀ ਚਾਹੀਦੀ, ਆਪਣੇ ਕੋਲ ਸਾਰੇ ਟੂਲਸ ਹੈਂਡੀ ਹੋਣੇ ਚਾਹੀਦੇ ਆ ਬਿਕੋਜ਼ ਆਪਾਂ ਨੂੰ ਪਤਾ ਹੁੰਦਾ ਆਪਣੇ ਕੋਲ ਕਿਸ ਤਰ੍ਹਾਂ ਦਾ ਡਾਟਾ ਆਏਗਾ, ਚਾਹੇ ਕੁਆਲਿਟੇਟਿਵ ਆਏਗਾ ਚਾਹੇ ਕੁਆਂਟੀਟੇਟਿਵ ਆਏਗਾ, ਉਸ ਤੇ ਪੈਰਾਮੀਟ੍ਰਿਕ ਟੈਸਟ ਲੱਗਣਗੇ ਕਿ ਨੋਨ ਪੈਰਾਮੀਟ੍ਰਿਕ ਟੈਸਟ ਲੱਗਣਗੇ, ਕਿਵੇਂ ਦੇ ਟੈਸਟ ਲੱਗਣਗੇ, ਉਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਤਾਂ ਜੋ ਆਪਾਂ ਉਹਨਾਂ ਨੂੰ ਐਗਜ਼ੈਕਟ ਉਹ ਚੀਜ਼ ਫਾਈਂਡ ਕਰਕੇ ਉੱਥੇ ਰੱਖ ਸਕੀਏ ਤੇ ਜਦੋਂ ਹੀ ਆਪਣੇ ਕੋਲ ਡਾਟਾ ਆਏ ਆਪਾਂ ਨਾਲ ਦੀ ਨਾਲ ਉਸਦੇ ਉੱਪਰ ਸਕਿੱਲਸ ਆਪਣੀ ਐਨਾਲਿਟੀਕਲ ਸਕਿੱਲ ਜਿਹੜੀ ਉਹਨੂੰ ਯੂਜ਼ ਕਰ ਸਕੀਏ। ਸੈਕੰਡ ਚੀਜ਼ ਆਪਣੇ ਕੋਲ ਆਉਂਦੀ ਇੰਸ਼ੋਰ ਦਾ ਐਪਲੀਕੇਬਲ ਐਗਜ਼ੀਕਿਊਸ਼ਨ ਆਫ ਡਾਟਾ ਕਲੈਕਸ਼ਨ ਮੈਥਡਸ ਐਂਡ ਐਨਾਲਿਸਿਸ। ਹੁਣ ਜਿਹੜੇ ਤੁਸੀਂ ਮੈਥਡਸ ਲਗਾ ਰਹੇ ਹੋ ਡਾਟਾ ਕਲੈਕਸ਼ਨ ਦੇ ਉੱਪਰ ਜਾਂ ਐਨਾਲਿਸਿਸ ਦੇ ਉੱਪਰ, ਉਹਦੀ ਕਰੋ ਪ੍ਰੋਪਰ ਐਗਜ਼ੀਕਿਊਸ਼ਨ ਹੋਣੀ ਚਾਹੀਦੀ ਹੈ। ਇਹ ਨਾ ਵੀ ਤੁਸੀਂ ਮੈਥਡ ਤਾਂ ਯੂਜ਼ ਕਰ ਲਏ, ਮੈਥਡ ਤਾਂ ਲਗਾ ਲਏ, ਮੈਥਡ ਸੋਚ ਲਿਆ ਵੀ ਕਿਹੜਾ ਲਗਾਉਣਾ ਕਿਹੜਾ ਨਹੀਂ ਲਗਾਉਣਾ, ਬਟ ਉਹਨੂੰ ਆਪਾਂ ਨੂੰ ਐਗਜ਼ੀਕਿਊਟ ਕਰਨਾ ਨਹੀਂ ਆਉਂਦਾ ਤਾਂ ਉਹ ਪ੍ਰੋਬਲਮ ਕ੍ਰੀਏਟ ਕਰੇਗਾ। ਦੈਨ ਥਰਡ ਆਪਣੇ ਕੋਲ ਆਉਂਦਾ ਡਿਫਾਈਨ ਦਾ ਸਟੈਟਿਸਟੀਕਲ ਇੰਪੋਰਟੈਂਸ। ਹੁਣ ਜਿਹੜੇ ਵੀ ਆਪਾਂ ਉਸ ਉੱਪਰ ਟੂਲਸ ਲਗਾ ਰਹੇ ਹਾਂ ਆਪਾਂ ਨੂੰ ਉਸਦੀ ਇੰਪੋਰਟੈਂਸ ਨੂੰ ਡਿਫਾਈਨ ਕਰਨਾ ਪਏਗਾ ਕਿਉਂਕਿ ਹਰੇਕ ਟੂਲ ਦੀ ਆਪਣੀ ਇੱਕ ਅਲੱਗ ਇੰਪੋਰਟੈਂਸ ਹੈ, ਹਰ ਇੱਕ ਟੂਲ ਦੀ ਆਪਣੀ ਅਲੱਗ ਇੰਪੋਰਟੈਂਸ ਹੈ। ਜਦ ਤੱਕ ਉਸ ਆਪਾਂ ਡਾਟਾ ਨੂੰ ਉਸਦੇ ਟੂਲਸ ਦੀ ਇੰਪੋਰਟੈਂਸ ਨਾਲ ਕੰਬਾਈਨ ਨਹੀਂ ਕਰਾਂਗੇ ਆਪਣਾ ਡਾਟਾ ਐਨਾਲਿਸਿਸ ਦਾ ਕੋਈ ਫਾਇਦਾ ਨਹੀਂ ਹੋਏਗਾ। ਦੈਨ ਚੈੱਕ ਫॉर ਦਾ ਅਨਸੂਟੇਬਲ ਐਨਾਲਿਸਿਸ। ਜਿਹੜੀਆਂ ਚੀਜ਼ਾਂ ਆਪਾਂ ਨੂੰ ਨਹੀਂ ਚਾਹੀਦੀਆਂ, ਜਿਹੜੇ ਐਨਾਲਿਸਿਸ ਆਪਾਂ ਨੂੰ ਉਸ 'ਚ ਡਾਟਾ ਕਲੈਕਸ਼ਨ ਦੇ ਪਾਰਟ 'ਚੋਂ ਨਹੀਂ ਚਾਹੀਦੀਆਂ, ਉਹਨੂੰ ਪਹਿਲਾਂ ਹੀ ਦੇਖ ਕੇ ਰੱਖੋ, ਸਾਈਡ ਤੇ ਕਰ ਦਿਓ, ਟਾਈਮ ਨਾ ਵੇਸਟ ਕਰੋ, ਨਾ ਉਸ ਤੇ ਐਫਰਟਸ ਵੇਸਟ ਕਰੋ।
then ensure the occurrence of valid and the fair interferences। ਜਿਹੜੇ ਇੱਕ ਵੈਲਿਡ ਹੈ, ਐਗਜ਼ੈਕਟ ਹੈ, ਸਪੈਸੀਫਿਕ ਹੈ, ਅਕੋਰਡਿੰਗ ਟੂ ਆਬਜੈਕਟਿਵ ਹੈ ਤੇ ਬਿਲਕੁਲ ਠੀਕ ਹੈ, ਅਨਬੇਸਡ ਜਿਹੜਾ ਡਾਟਾ ਹੁੰਦਾ ਉਸ ਨੂੰ ਯੂਜ਼ ਕਰੋ। श्योर इंश्योर करके रखो भी वही चीज अपने को होनी चाहिए है, और कोई चीज इधर उधर की चीज नहीं होनी चाहिए, क्योंकि जो अपने को कोई स्पेसिफिक इंफॉर्मेशन एनालिसिस पार्ट नहीं होएगा तो आप टाइम खराब करांगे। So next है confirm the reliability and the validity of the data, data sources, data analysis methods and interference derived। जो भी अपने को एनालिसिस हो रहा है ਉਹਦੀ ਆਪਾਂ ਰਿਲਾਇਬਿਲਿਟੀ ਤੇ ਵੈਲਿਡਿਟੀ ਆਪਾਂ ਕਨਫਰਮ ਕਰਨੀ ਹੈ ਕਿ ਉਹ ਡਾਟਾ ਕੰਸਿਸਟੈਂਟ ਹੈ, ਬਾਰ-ਬਾਰ ਯੂਜ਼ ਹੋ ਸਕਦਾ ਹੈ, ਰਿਲਾਇਬਲ ਹੈ, ਆਪਾਂ ਉਸ ਦੇ ਬੇਸਿਸ ਦੇ ਉੱਪਰ ਕੋਈ ਡਿਸੀਜਨ ਲੈ ਸਕਦੇ ਹਾਂ ਜਾਂ ਨਹੀਂ ਲੈ ਸਕਦੇ, ਬਿਕੋਜ਼ ਆਪਣੇ ਆਰਗੇਨਾਈਜੇਸ਼ਨ ਦੇ ਬਹੁਤ ਸਾਰੇ ਡਿਸੀਜਨ ਜਿਹੜੇ ਆ ਉਹ ਆਪਣੇ ਡਾਟਾ ਐਨਾਲਿਸਿਸ ਤੋਂ ਜੋ ਰਿਜ਼ਲਟ ਨਿਕਲੇਗਾ ਉਸ ਦੇ ਉੱਪਰ ਡਿਪੈਂਡ ਕਰਨਗੇ। ਔਰ ਜੇ ਆਪਾਂ ਨੂੰ ਉਹ ਰਿਜ਼ਲਟਸ ਹੀ ਵਧੀਆ ਨਹੀਂ ਮਿਲਣਗੇ ਤਾਂ ਆਪਾਂ ਉਸ ਦੇ ਉੱਪਰ ਕੋਈ ਵੀ ਡਿਸੀਜਨ ਮੇਕਿੰਗ ਨਹੀਂ ਕਰ ਸਕਾਂਗੇ। ਸੋ ਆਪਾਂ ਨੂੰ ਇਹ ਚੀਜ਼ ਕਨਫਰਮ ਕਰਨੀ ਪਏਗੀ ਵੀ ਰਿਲਾਇਬਲ ਤੇ ਵੈਲਿਡਿਟੀ ਦੋਨੋਂ ਚੀਜ਼ਾਂ ਹੋਣੀਆਂ ਚਾਹੀਦੀਆਂ। then justification for the scope of the analysis, ਜੋ ਵੀ ਚੀਜ਼ ਤੁਸੀਂ ਲਗਾ ਰਹੇ ਹੋ, ਜੋ ਵੀ ਉਸ ਤੋਂ ਸਕੋਪ ਹੋ ਰਿਹਾ ਦਾ ਜੋ ਵੀ ਸਕੋਪ ਹੈ ਆਪਾਂ ਉਸ ਨੂੰ ਜਸਟੀਫਾਈ ਕਰਨਾ ਹੈ ਵੀ ਇਹ ਚੀਜ਼ ਹਾਂਜੀ ਇਹ ਕਿਉਂ ਹੋ ਰਹੀ ਹੈ, ਕਿਵੇਂ ਹੋ ਰਹੀ ਹੈ। ਵੀ ਮਸਟ ਬੀ ਹੈਵਿੰਗ ਲੌਜਿਕ ਆਫ ਈਚ ਐਂਡ ਐਵਰੀਥਿੰਗ, ਆਪਣੇ ਕੋਲ ਹਰੇਕ ਚੀਜ਼ ਦਾ ਲੌਜਿਕ ਹੋਣਾ ਚਾਹੀਦਾ। ਜੇ ਨਹੀਂ ਹੋਏਗਾ ਤਾਂ ਆਪਾਂ ਐਨਾਲਿਸਿਸ ਪਾਰਟ ਆਪਣਾ ਸਕਸੈਸਫੁਲ ਨਹੀਂ ਹੋਏਗਾ। ਸੋ ਇਹ ਕੁਝ ਪੁਆਇੰਟਸ ਸੀਗੇ ਜਿਹੜੇ ਆਪਾਂ ਨੂੰ ਆਪਣੇ ਦਿਮਾਗ 'ਚ ਰੱਖਣੇ ਚਾਹੀਦੇ ਆ ਬਿਫੋਰ ਗੋਇੰਗ ਫॉर ਦਾ ਡਾਟਾ ਐਨਾਲਿਸਿਸ ਪਾਰਟ। ਥੀਸ ਆਰ ਸਮ ਆਫ ਦਾ ਪਾਰਟ। ਦੇਖੋ ਹਰੇਕ ਚੀਜ਼ ਦੇ ਲਈ, ਹਰੇਕ ਪ੍ਰੋਡਕਟ ਦੇ ਲਈ, ਹਰੇਕ ਆਰਗੇਨਾਈਜੇਸ਼ਨ ਦੇ ਲਈ, ਹਰੇਕ ਮਾਰਕੀਟ ਦੇ ਲਈ ਇਹ ਸਾਰੀਆਂ ਚੀਜ਼ਾਂ ਅਲੱਗ-ਅਲੱਗ ਹੋ ਸਕਦੀਆਂ। then ਜੇ ਆਪਾਂ ਗੱਲ ਕਰੀਏ ਵੀ ਕਿਹੜੇ-ਕਿਹੜੇ ਸੌਫਟਵੇਅਰ ਅਵੇਲੇਬਲ ਹੈ, ਅੱਜ ਕੱਲ ਮਾਰਕੀਟ ਦੇ ਵਿੱਚ ਬਹੁਤ ਸਾਰੇ ਸੌਫਟਵੇਅਰ ਅਵੇਲੇਬਲ ਹੋ ਜਾਂਦੇ ਆ। ਪਹਿਲਾਂ ਤਾਂ ਆਪ ਕਰਨਾ ਪੈਂਦਾ ਸੀਗਾ ਸਾਰਾ ਕੁਝ, ਵੀ ਕਰੋ ਐਨਾਲਿਸਿਸ ਕਰੋ, ਡਾਟਾ ਲੱਭੋ ਕਰੋ। ਹੁਣ ਅੱਜ ਕੱਲ ਈਜ਼ੀ ਹੋ ਗਿਆ, ਸੌਫਟਵੇਅਰ ਹੈ ਸਾਰੇ, ਪੇਡ ਵੀ ਮਿਲ ਜਾਂਦੇ ਆਪਾਂ ਨੂੰ ਈਜ਼ੀਲੀ, ਅਨਪੇਡ ਵੀ ਮਿਲ ਜਾਂਦੇ ਆ। MS ਐਕਸਲ ਹੈ ਸਭ ਤੋਂ ਇੰਪੋਰਟੈਂਟ ਜਿਹੜਾ ਆਪਾਂ ਯੂਜ਼ ਕਰਦੇ ਹਾਂ ਅਲੱਗ-ਅਲੱਗ ਪਾਈ ਚਾਰਟਸ ਬਣਾਉਣ ਦੇ ਲਈ, ਇੰਸਟਾਗ੍ਰਾਮਸ ਬਾਰ ਗ੍ਰਾਫ ਬਣਾਉਣ ਦੇ ਲਈ ਆਪਾਂ ਯੂਜ਼ ਕਰਦੇ ਹਾਂ ਸਾਰੇ। ਇਹ ਕਾਮਨ ਹੈ। ਦੈਨ ਜਿਹੜਾ ਅੱਜ ਕੱਲ ਹੈਗੇ ਹੀ ਆਲਰੇਡੀ ਹੈ SPSS ਹੈ, ਸੌਫਟਵੇਅਰ ਪੈਕੇजेस ਫॉर ਦਾ ਸੋਸ਼ਲ ਸਾਇੰਸਿਸ, ਸਭ ਤੋਂ ਈਜ਼ੀਐਸਟ ਮੈਥਡ ਹੈ। ਆਪਾਂ ਸਿਰਫ ਡਾਟਾ ਇਸ 'ਚ ਫਿਲ ਕਰਨਾ ਹੈ, ਉਹ ਆਪਣੇ ਆਪ ਹੀ ਆਪਾਂ ਨੂੰ ਸਾਰੇ ਟੈਸਟ ਜਿਹੜੇ F ਟੈਸਟ, T ਟੈਸਟ, ਕਾਈ-ਸਕੁਏਅਰ ਜਿਹੜੇ ਵੀ ਟੈਸਟ ਹੈ ਉਹ ਸਾਰੇ ਲਗਾ ਕੇ ਵਿਦ ਪ੍ਰੋਪਰ ਰਿਜ਼ਲਟ ਆਪਾਂ ਨੂੰ ਦੇ ਦਿੰਦੇ ਆ। ਬੈਸਟ ਆਪਸ਼ਨ ਹੈ, ਕੋਈ ਬਾਇਸਨੈਸ ਹੁੰਦੀ ਨਹੀਂ, ਕੋਈ ਗਲਤ ਹੋਣ ਦਾ ਕੰਮ ਹੀ ਨਹੀਂ ਹੈ। ਐਗਜ਼ੈਕਟ ਟੈਕਨੀਕਲ ਟੂਲ ਹੈ, ਡਾਟਾ ਆਪਣਾ ਫਿਲ ਕਰੋ, ਜੋ ਚੀਜ਼ ਚਾਹੀਦੀ ਹੈ ਲਿਖ ਦੋ, ਉਹਦੇ ਵਿੱਚ ਆਪਾਂ ਨੂੰ ਰਿਜ਼ਲਟ ਸਾਹਮਣੇ ਨਿਕਲ ਕੇ ਆ ਜਾਂਦੇ ਆ। ਦੈਨ ਗੂਗਲ ਡੌਕਸ ਆਪਣੇ ਕੋਲ ਹੈਗਾ, R ਪ੍ਰੋਗਰਾਮਿੰਗ ਹੈ, ਪ੍ਰੋਗਰਾਮਿੰਗ ਦੀ ਲੈਂਗੁਏजेस ਹੈ। Tableau Public है, ये भी एक सॉफ्टवेयर है, लैंग्वेज है। SAS is a software again, रैपिड माइनर, काइनमी, पावर BI, ये सारे सॉफ्टवेयर प्लस लैंग्वेजेस हैं ਜਿਹੜੇ ਆਪਾਂ ਯੂਜ਼ ਕਰਦੇ ਆ ਆਪਣੇ ਡਾਟਾ ਨੂੰ ਐਨਾਲਿਸਿਸ ਕਰਨ ਲਈ, ਤਾਂ ਜੋ ਆਪਾਂ ਨੇ ਕੋਲ ਈਜ਼ੀਐਸਟ ਤੇ ਫਾਈਨੈਸਟ ਤੇ ਰਿਲਾਇਬਲ ਰਿਜ਼ਲਟਸ ਆ ਜਾਣ। ਕਿਉਂਕਿ ਜਦੋਂ ਆਪਾਂ ਮੈਨੂਅਲ ਕਰਦੇ ਨਾ ਕੋਈ ਗਲਤੀ ਰਹਿ ਜਾਂਦੀ ਹੈ। ਇਹ ਜਿਹੜੇ ਟੈਕਨੀਕਲ ਹੈ ਸੌਫਟਵੇਅਰ ਹੈ, ਜਿਵੇਂ ਤੁਸੀਂ ਜਿਹੜਾ ਡਾਟਾ ਤੁਸੀਂ ਇਸ 'ਚ ਪਾਓਗੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿੰਨਾ ਡਾਟਾ ਰਿਲਾਇਬਲ ਹੈ, ਕਿੰਨਾ ਕੁ ਨਹੀਂ ਹੈ, ਕਿਉਂਕਿ ਇਹਨਾਂ ਨੇ ਤਾਂ ਐਗਜ਼ੈਕਟ ਰਿਜ਼ਲਟ ਤੁਹਾਡੇ ਸਾਹਮਣੇ ਕੱਢ ਦੇਣੇ ਵਿਦਆਊਟ। ਸੌਫਟਵੇਅਰ ਕਦੀ ਮੋਡੀਫਾਈ ਨਹੀਂ ਕਰ ਸਕੇਗਾ ਰਿਜ਼ਲਟਸ ਨੂੰ, ਸਿੰਪਲ ਜੀ ਗੱਲ ਹੈ। ਆਪਾਂ ਤਾਂ ਫਿਰ ਜੇ ਮੈਨੂਅਲ ਕਰਾਂਗੇ ਤੁਹਾਨੂੰ ਆਪਣੇ ਅਕੋਰਡਿੰਗਲੀ ਮੈਨੂਪਲੇਟ ਵੀ ਕਰ ਲੈਂਦੇ ਆ, ਬਟ ਸੌਫਟਵੇਅਰ ਕਦੀ ਮੈਨੂਪਲੇਟ ਨਹੀਂ ਕਰੇਗਾ, ਔਰ ਜੋ ਐਗਜ਼ੈਕਟ ਪਿਕਚਰ ਹੈ ਉਹਨੇ ਤੁਹਾਡੇ ਸਾਹਮਣੇ ਦੱਸ ਦੇਣੀ। ਇਸੇ ਕਰਕੇ ਅਸੀਂ ਅੱਜ ਕੱਲ੍ਹ ਇਹ ਸਾਰੇ ਸੌਫਟਵੇਅਰ ਹੈ ਯੂਜ਼ ਕਰਦੇ ਹਾਂ। ਅਗੇਨ ਥੀਸ ਆਰ ਦਾ ਸਮ ਆਫ ਦਾ ਸੌਫਟਵੇਅਰਸ, ਹਰੇਕ ਕੰਪਨੀ ਆਪਣੇ ਅਲੱਗ-ਅਲੱਗ ਬੇਸਿਸ ਦੇ ਉੱਪਰ ਕੋਈ ਵੀ ਸੌਫਟਵੇਅਰ ਯੂਜ਼ ਕਰ ਸਕਦੀ ਹੈ। ਦੈਨ ਜੇ ਆਪਾਂ ਗੱਲ ਕਰੀਏ ਡਾਟਾ ਐਨਾਲਿਸਿਸ ਦੇ ਪ੍ਰੋਸੈਸ ਦੀ, ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ ਡਾਟਾ ਰਿਕੁਆਇਰਮੈਂਟ ਸਪੈਸੀਫਿਕੇਸ਼ਨਸ, ਡਾਟਾ ਕਲੈਕਸ਼ਨ, ਡਾਟਾ ਪ੍ਰੋਸੈਸਿੰਗ, ਡਾਟਾ ਐਨਾਲਿਸਿਸ, ਐਂਡ ਲਾਸਟ ਆ ਕਹਿੰਦਾ ਇੰਟਰਫੇਰ ਐਂਡ ਇੰਟਰਪ੍ਰੀਟਸ ਰਿਜ਼ਲਟ। ਸਭ ਤੋਂ ਪਹਿਲਾਂ ਆਉਂਦਾ ਡਾਟਾ ਰਿਕੁਆਇਰਮੈਂਟ ਸਪੈਸੀਫਿਕੇਸ਼ਨ। ਆਪਾਂ ਨੂੰ ਡਾਟਾ ਚਾਹੀਦਾ ਕੀ ਹੈ, ਆਪਾਂ ਨੂੰ ਆਪਣਾ ਇੱਕ ਆਬਜੈਕਟਿਵ ਸਪੈਸੀਫਾਈ ਕਰਨਾ ਪਏਗਾ, ਆਪਣੀ ਰਿਕੁਆਇਰਮੈਂਟ ਸਪੈਸੀਫਾਈ ਕਰਨੀ ਪਏਗੀ, ਆਪਣੀ ਨੀਡ ਸਪੈਸੀਫਾਈ ਕਰਨੀ ਪਏਗੀ, ਜਿਸ ਦੇ ਰਿਗਾਰਡਿੰਗ ਆਪਾਂ ਡਾਟਾ ਕਲੈਕਟ ਕਰਨਾ। ਜਿਵੇਂ ਆਪਾਂ ਪਹਿਲੇ ਪਿਛਲੇ ਮੋਡਿਊਲ ਸੇ ਐਗਜ਼ਾਮਪਲ ਲੈ ਕੇ ਚਲੇ ਹੋਏ ਆ ਕਸਟਮਰ ਸੈਟੀਸਫੈਕਸ਼ਨ ਦੀ, ਤਾਂ ਮੈਂ ਕਸਟਮਰ ਸੈਟੀਸਫੈਕਸ਼ਨ ਮੇਰਾ ਇੱਕ ਬੇਸਿਕ, ਮੈਨੂੰ ਸਪੈਸੀਫਿਕ ਚੀਜ਼ ਇਹੀ ਹੈ, ਮੈਨੂੰ ਇਸ ਦੇ ਅਕੋਰਡਿੰਗਲੀ ਡਾਟਾ ਚਾਹੀਦਾ ਹੈ। ਮੇਰਾ ਫਿਕਸ ਹੈ, ਸਪੈਸੀਫਿਕ ਆਬਜੈਕਟਿਵ ਮੇਰਾ ਫਿਕਸ ਹੈ। ਦੈਨ ਉਸ ਦੇ ਬੇਸਿਸ ਦੇ ਲਈ ਹੀ ਮੈਂ ਡਾਟਾ ਕਲੈਕਟ ਕਰਨਾ ਸਟਾਰਟ ਕਰਾਂਗਾ। ਜਿਹੜੇ ਵੀ ਸੋਰਸਿਸ ਮੈਂ ਆਪਣੇ ਜਿਵੇਂ ਪਿਛਲੇ ਮੋਡਿਊਲ ਸੋਰਸਿਸ ਵੀ ਕਰਕੇ ਆਏ ਵੀ ਕਿਹੜੇ-ਕਿਹੜੇ ਸੋਰਸਿਸ ਹੈ ਜਿੱਥੋਂ ਆਪਾਂ ਡਾਟਾ ਸਾਰਾ ਕਲੈਕਟ ਕਰ ਸਕਦੇ ਹਾਂ। ਕੋਈ ਸਰਵੇਜ਼ ਹੈ, ਪੋਲਸ ਹੈ, ਫੇਸ ਗਰੁੱਪ ਇੰਟਰਵਿਊਜ਼ ਹੈ, ਡੈਪਥ ਇੰਟਰਵਿਊਜ਼ ਹੈ, ਕੁਐਸਚਨਰੀਜ਼ ਹੈ, ਪਰਸਨਲ ਇੰਟਰਵਿਊਜ਼ ਹੈ। ਇਹ ਸਾਰੇ ਡਾਟਾ ਕਲੈਕਸ਼ਨ ਦੇ ਮੈਥਡ ਹੈ ਜਿਹਦੇ ਥਰੂ ਆਪਾਂ ਡਾਟਾ ਕਲੈਕਟ ਕਰ ਸਕਦੇ ਹਾਂ। ਦੈਨ ਜਦੋਂ ਆਪਾਂ ਡਾਟਾ ਕਲੈਕਟ ਕਰ ਰਹੇ ਹਾਂ ਉਸ ਤੋਂ ਬਾਅਦ ਆਪਾਂ ਡਾਟਾ ਨੂੰ ਪ੍ਰੋਸੈਸ ਕਰਨਾ। ਇੱਕ ਪ੍ਰੋਸੈਸਿੰਗ ਲਗਾ ਲਓ, ਮੀਨਸ ਇੱਕ ਸਿਸਟਮੈਟਿਕਲ ਵੇ ਨਾਲ ਲਗਾ ਰਹੇ ਹਾਂ ਵੀ ਕਿਹੜੀ-ਕਿਹੜੀ ਚੀਜ਼ਾਂ ਆਪਣੇ ਕੋਲ ਆ ਗਈਆਂ ਹੋਈਆਂ, ਕਿਸ ਪੁਆਇੰਟ ਦੇ ਰਿਗਾਰਡਿੰਗ ਆਪਣੇ ਕੋਲ ਡਾਟਾ ਆ ਗਿਆ। ਦੈਨ ਉਸ ਪ੍ਰੋਸੈਸ ਡਾਟੇ ਤੋਂ ਆਪਾਂ ਉਸ ਹੁਣ ਡਾਟੇ ਦਾ ਅੱਗੇ ਐਨਾਲਿਸਿਸ ਕਰਨਾ ਵੀ ਕਿਸ ਤਰੀਕੇ ਨਾਲ ਆਪਾਂ ਉਸ ਦਾ ਐਨਾਲਿਸਿਸ ਕਰਾਂਗੇ, ਕਿਵੇਂ ਆਪਾਂ ਉਸ ਤੋਂ ਰਿਜ਼ਲਟਸ ਫਾਈਂਡ ਆਊਟ ਕਰਾਂਗੇ। ਤੇ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਇੰਟਰਫੇਰ ਤੇ ਇੰਟਰਪ੍ਰੀਟਸ ਦਾ ਰਿਜ਼ਲਟਸ। ਜੋ ਰਿਜ਼ਲਟਸ ਤੁਹਾਡੇ ਕੋਲ ਆ ਗਏ ਉਹਨੂੰ ਆਪਾਂ ਇੱਕ ਰਿਪੋਰਟ ਦੀ ਫਾਰਮ ਦੇ ਵਿੱਚ ਲਿਖ ਦੇਣਾ।
ਤਾਂ ਆਪਣੇ ਕੋਲ ਆ ਜਾਂਦੇ ਮੈਥਡਸ ਫॉर ਐਨਾਲਿਸਿਸ ਆਫ ਦਾ ਡਾਟਾ ਜਿਹੜੇ ਆਪਾਂ ਸ਼ੁਰੂ ਕਰਨੇ ਇਹ ਫਸਟ ਆਪਣੇ ਕੋਲ ਆ ਜਾਂਦਾ ਹੈ ਪੈਰਾਮੀਟਰਿਕ ਔਰ ਦਾ ਸਟੈਂਡਰਡ ਟੈਸਟ when the sample is large one the population have normal distribution the observations are independent and the variables are expressed in interval or the ratio scale ਇਹ ਪੈਰਾਮੀਟਰਿਕ ਟੈਸਟ ਹੈ ਸਭ ਤੋਂ ਪਹਿਲਾਂ ਜੇ ਆਪਣੇ ਕੋਲ ਸੈਂਪਲ ਬਹੁਤ ਜ਼ਿਆਦਾ ਹੈ या अपनी पॉपुलेशन एक नॉर्मल डिस्ट्रीब्यूशन है कोई अलग नहीं है सिर्फ नॉर्मली डिस्ट्रीब्यूशन सारा कुछ है ऑब्जर्वेशंस इंडिपेंडेंट है ਤੇ ਵੇਰੀਏਬਲਸ ਜਿਹੜੇ ਉਹਨੂੰ ਆਪਾਂ ਇੰਟਰਵਲ ਜਾਂ ਰੇਸ਼ੀਓ ਦੇ ਵਿੱਚ ਆਪਾਂ ਨੂੰ ਸਕੇਲ ਈਜ਼ੀਲੀ ਐਕਸਪ੍ਰੈਸ ਕਰ ਸਕਦੇ ਹਾਂ ਤਾਂ ਉਹ ਪੈਰਾਮੀਟਰਿਕ ਟੈਸਟ ਹੋ ਜਾਂਦੇ ਜਿਸ ਜਿਵੇਂ ਆਪਾਂ ਟੀ ਟੈਸਟ ਲਗਾ ਲਿਆ ਜ਼ੈਡ ਲਗਾ ਲਿਆ ਐਫ ਲਗਾ ਲਿਆ ਜਾਂ ਐਨਾਲਿਸਿਸ ਆਫ ਦਾ ਵੇਰੀਐਂਸਸ ਕਰ ਦਿੱਤਾ ਨੈਕਸਟ ਆਪਣੇ ਕੋਲ ਆ ਜਾਂਦਾ ਜਾ ਕੇ ਨੋਨ ਪੈਰਾਮੀਟਰਿਕ ਟੈਸਟ ਜਦੋਂ ਆਪਾਂ ਨੋਨ ਪੈਰਾਮੀਟਰਿਕ ਟੈਸਟ ਦੀ ਕਰਾਂਗੇ ਇਹ ਹੁੰਦਾ ਹੈ ਜਦੋਂ ਵੇਰੀਏਬਲਸ ਇੰਡੀਪੈਂਡੈਂਟ ਤੇ ਨੋਨ ਮੈਟ੍ਰਿਕ ਹੋਣਗੇ Like parametric tests, the non-parametric tests are available for testing variables from one sample, two independent sample or the two related sample. जो एक sample होएगा या दो independent samples, independent का मतलब होएगा जो variables आपस के ऊपर depend नहीं कर रहे और two related sample या दो आपस में मिलते जुलते samples हैं तो आप उसने non-parametric test लगा देंगे. When the distribution is doubtful, इत्थे distribution ਜਿਹੜੀ doubtful है but ਜਦੋਂ parametric ਦੀ ਗੱਲ ਕੀਤੀ ਸੀ ਉੱਥੇ distribution ਜਿਹੜੀ ਸੀ ਉਹ normal ਸੀ. population वाला normal distribution ਇੱਥੇ normal distribution ਜਿਹੜੀ ਹੈ ਉਹ doubtful ਹੈ and sample size is small ਉੱਥੇ ਆਪਾਂ ਕਰਕੇ ਆਏ ਸੀ ਜੋ sample size large ਹੈ but ਇੱਥੇ ਆਪਾਂ ਕਰ ਰਹੇ ਜੋ sample size small ਹੈ data expressed in the terms of the ranks ਜਦੋਂ ਆਪਾਂ ਡਾਟਾ ਨੂੰ ਰੈਂਕਸ ਦੇ ਬੇਸਿਸ ਦੇ ਉੱਪਰ ਐਕਸਪ੍ਰੈਸ ਕਰ ਸਕਦੇ ਹਾਂ ਇਸਦੀ ਐਗਜ਼ਾਮਪਲਸ ਹੈ ਕਾਈ ਸਕੁਅਰ ਹੈ ਦਾ ਮੈਨ ਵਿਟਲੀ ਯੂ ਟੈਸਟ ਹੈ ਸੋ ਇਹ ਕੁਝ ਚੀਜ਼ਾਂ ਜਿਹੜੀਆਂ ਅਸੀਂ ਨੋਨ ਪੈਰਾਮੀਟਰਿਕ ਟੈਸਟ ਦੇ ਵਿੱਚ ਕਰਦੇ ਹਾਂ ਸੋ ਅਸੀਂ ਕੀਤਾ ਨੋਨ ਪੈਰਾਮੀਟਰਿਕ ਟੈਸਟ ਕੀ ਹੈ ਕਿਹੜੇ ਟੈਸਟ ਹੋ ਸਕਦੇ ਹੈਗੇ ਆ ਉਸ ਦੇ ਵਿੱਚ ਅੱਗੇ ਅਸੀਂ ਕੀਤਾ ਨੋਨ ਪੈਰਾਮੀਟਰਿਕ ਟੈਸਟ ਕਿਹੜੇ ਹੋ ਸਕਦੇ ਆ ਠੀਕ ਹੈ ਸੋ ਥੈਂਕ ਯੂ ਜਿਹੜਾ ਨੈਕਸਟ ਮੋਡਿਊਲ ਹੋਏਗਾ ਉਸ ਦੇ ਵਿੱਚ ਆਪਾਂ ਇਸ ਨੂੰ ਪੈਰਾਮੀਟਰਿਕ ਤੇ ਨੋਨ ਪੈਰਾਮੀਟਰਿਕ ਨੂੰ ਹੋਰ ਥੋੜਾ ਡਿਟੇਲ ਦੇ ਵਿੱਚ ਜਾ ਕੇ ਆਪਾਂ ਸ਼ੇਅਰ ਕਰਾਂਗੇ ਤਾਂ ਜੋ ਆਪਾਂ ਨੂੰ ਇਸ ਦੀ ਹੋਰ ਕਲੈਰਿਟੀ ਹੋ ਸਕੇ ਵੀ ਇਸ ਚ ਕਿਹੜੀਆਂ ਚੀਜ਼ਾਂ ਆ ਸਕਦੀਆਂ